ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ 'ਤੇ। ਅੱਜ ਆਪਾਂ ਤੁਹਾਡੇ ਲਈ ਲੂਸੈਂਟ ਜੀਕੇ ਦੀ ਇੱਕ ਨਵੀਂ ਕਲਾਸ ਲੈ ਕੇ ਹਾਜ਼ਰ ਹੋਏ ਹਾਂ। ਇਸ ਕਲਾਸ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਲਾਸਟ ਤੱਕ ਦੇਖਿਓ, ਇੱਕ ਵੀ ਕੁਐਸਚਨ ਤੁਹਾਡੇ ਮਿਸ ਕਰਨ ਵਾਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਆਪਣੇ ਲੂਸੈਂਟ ਸਟੈਟਿਕ ਜੀਕੇ ਦੇ ਕਈ ਸੈਸ਼ਨ ਆਲਰੇਡੀ ਅਪਲੋਡ ਹੋ ਚੁੱਕੇ ਨੇ, ਜਿਨ੍ਹਾਂ ਦੇ ਵਿੱਚ ਆਪਾਂ ਮੋਸਟ ਇੰਪੋਰਟੈਂਟ MCQ ਡਿਸਕਸ ਕੀਤੇ ਨੇ। ਜੇਕਰ ਤੁਸੀਂ ਉਹ ਦੇਖਣਾ ਚਾਹੁੰਦੇ ਹੋ ਤਾਂ ਮੈਂ ਉਹਨਾਂ ਦਾ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਣਾ, ਤੁਸੀਂ ਜਾ ਕੇ ਦੇਖ ਲੈਣਾ। ਅਦਰਵਾਈਜ਼ ਤੁਸੀਂ ਆਪਣੇ ਚੈਨਲ 'ਤੇ ਵਿਜ਼ਿਟ ਕਰੋ, ਪਲੇਲਿਸਟ ਦੇ ਵਿੱਚ ਜਾਓ, ਉੱਥੇ ਤੁਹਾਨੂੰ ਆਲ ਸਬਜੈਕਟਸ ਦੀਆਂ ਵੀਡੀਓਜ਼ ਸੀਰੀਜ਼ ਵਾਈਜ਼ ਲੱਗੀਆਂ ਮਿਲ ਜਾਣਗੀਆਂ, ਜਾ ਕੇ ਦੇਖ ਸਕਦੇ ਹੋ ਅਤੇ ਆਪਣੀ ਤਿਆਰੀ ਵਧੀਆ ਤਰੀਕੇ ਨਾਲ ਕਰ ਸਕਦੇ ਹੋ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੇਰੀਆਂ ਵੀਡੀਓਜ਼ ਤੁਹਾਡੇ ਤੱਕ ਪਹੁੰਚਦੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਬੈਲ ਆਈਕਨ 'ਤੇ ਪ੍ਰੈਸ ਕਰ ਲਿਓ, ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚਦੇ ਰਹਿਣ ਅਤੇ ਤੁਹਾਡੀ ਤਿਆਰੀ ਵਧੀਆ ਤਰੀਕੇ ਨਾਲ ਚੱਲਦੀ ਰਹੇ। ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਲੂਸੈਂਟ ਸਟੈਟਿਕ ਜੀਕੇ ਦੇ ਮੋਸਟ ਇੰਪੋਰਟੈਂਟ MCQ ਡਿਸਕਸ ਕਰਨ ਜਾ ਰਹੇ ਹਾਂ। ਤਾਂ ਸੈਸ਼ਨ ਨੂੰ ਐਂਡ ਤੱਕ ਜ਼ਰੂਰ ਅਟੈਂਡ ਕਰਿਓ, ਕਿਉਂਕਿ ਇਹਨਾਂ ਦੇ ਵਿੱਚੋਂ ਕੋਈ ਵੀ ਕੁਐਸਚਨ ਤੁਹਾਨੂੰ ਡਾਇਰੈਕਟ ਪੇਪਰ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਇਹ ਜੋ ਆਪਣੇ ਸੈਸ਼ਨ ਨੇ, ਇਹ ਤੁਹਾਡੇ ਲਈ ਜੇਕਰ ਤੁਸੀਂ ਇੰਡੀਆ ਲੈਵਲ ਦਾ ਜਾਂ ਪੰਜਾਬ ਲੈਵਲ ਦਾ ਕਿਸੇ ਵੀ ਪੇਪਰ ਦੀ ਤੁਸੀਂ ਤਿਆਰੀ ਕਰ ਰਹੇ ਹੋ ਤਾਂ ਉਹ ਸਾਰੇ ਪੇਪਰਾਂ ਦੇ ਲਈ ਇਹ ਮੋਸਟ ਇੰਪੋਰਟੈਂਟ ਕਲਾਸਿਸ ਨੇ, ਕਿਉਂਕਿ ਸਭ ਤੋਂ ਪਹਿਲਾਂ ਤੁਹਾਡੀ ਸਟੈਟਿਕ ਜੀਕੇ ਕਵਰ ਹੋਣੀ ਬਹੁਤ ਜ਼ਰੂਰੀ ਹੈ। ਉਸ ਤੋਂ ਬਾਅਦ ਤੁਸੀਂ ਫਰਦਰ ਸਬਜੈਕਟ ਦੀ ਤਿਆਰੀ ਕਰਨੀ ਸਟਾਰਟ ਕਰਦੇ ਹੋ। ਠੀਕ ਹੈ ਜੀ, ਤਾਂ ਸਟਾਰਟ ਕਰਦੇ ਹਾਂ ਆਪਣਾ ਅੱਜ ਦਾ ਸੈਸ਼ਨ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ। ਸਭ ਤੋਂ ਪਹਿਲਾ ਜਿਹੜਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਕੈਨ ਨਾਟ ਟੇਕ ਪਾਰਟ ਇਨ ਪ੍ਰੈਜ਼ੀਡੈਂਟ ਇਲੈਕਸ਼ਨ। ਤਾਂ ਮੋਸਟ ਇੰਪੋਰਟੈਂਟ ਕੁਐਸਚਨ ਹੈ, UPSC PCS ਦੇ ਪੇਪਰਾਂ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੈ ਇਹ। ਠੀਕ ਹੈ ਜੀ, ਬਹੁਤ ਵਾਰ ਪੁੱਛਿਆ ਜਾਂਦਾ। ਇੱਥੇ ਆਪਾਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ ਕਿ ਜਿਹੜਾ ਆਪਣਾ ਪ੍ਰੈਜ਼ੀਡੈਂਟ ਦਾ ਇਲੈਕਸ਼ਨ ਹੁੰਦਾ, ਪ੍ਰੈਜ਼ੀਡੈਂਟ ਦੀ ਜਦੋਂ ਚੋਣ ਹੁੰਦੀ ਹੈ ਤਾਂ ਉਹਦੇ ਵਿੱਚ ਕਿਹੜੇ ਕਿਹੜੇ ਮੈਂਬਰ ਹੈ ਜਿਹੜੇ ਉਹ ਭਾਗ ਲੈਂਦੇ ਨੇ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ, ਬਹੁਤ ਇੰਪੋਰਟੈਂਟ ਹੈ। ਤਾਂ ਜਿਹੜਾ ਆਪਣਾ ਪ੍ਰੈਜ਼ੀਡੈਂਟ ਹੈ, ਇਹਦਾ ਜਿਹੜਾ ਆਰਟੀਕਲ ਹੈ ਉਹ ਹੈ ਆਰਟੀਕਲ 52। ਠੀਕ ਹੈ ਜੀ, ਤਾਂ ਆਰਟੀਕਲ 52 ਦੇ ਵਿੱਚ ਆਪਣੇ ਪ੍ਰੈਜ਼ੀਡੈਂਟ ਬਾਰੇ ਦੱਸਿਆ ਗਿਆ। ਠੀਕ ਹੈ ਜੀ, ਤੁਹਾਨੂੰ ਪਤਾ ਹੋਣਾ ਚਾਹੀਦਾ, ਮੋਸਟ ਇੰਪੋਰਟੈਂਟ ਹੈ। ਤਾਂ ਇਹਦੇ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਹੜੇ ਕਿਹੜੇ ਮੈਂਬਰ ਹੈ ਜਿਹੜੇ ਉਹ ਭਾਗ ਲੈਂਦੇ ਨੇ। ਸਭ ਤੋਂ ਪਹਿਲਾਂ ਜਿਹੜਾ ਆਪਸ਼ਨ ਹੈ, ਇਲੈਕਟਡ ਮੈਂਬਰ ਆਫ ਲੋਕ ਸਭਾ। ਠੀਕ ਹੈ ਜੀ, ਤਾਂ ਲੋਕ ਸਭਾ ਦੇ ਜਿਹੜੇ ਮੈਂਬਰ ਹੈ ਬਿਲਕੁਲ ਇਹ ਭਾਗ ਲੈਂਦੇ ਨੇ। ਠੀਕ ਹੈ ਜੀ, ਇਲੈਕਟਡ ਮੈਂਬਰ ਆਫ ਰਾਜ ਸਭਾ ਬਿਲਕੁਲ ਭਾਗ ਲੈਂਦੇ ਨੇ। ਇਲੈਕਟਡ ਮੈਂਬਰ ਆਫ ਸਟੇਟ ਲੈਜਿਸਲੇਟਿਵ ਅਸੈਂਬਲੀ ਬਿਲਕੁਲ ਭਾਗ ਲੈਂਦੇ ਨੇ। ਠੀਕ ਹੈ ਜੀ, ਤਾਂ ਇਹ ਤਿੰਨੋਂ ਆ ਜਿਹੜੇ ਉਹ ਇਹ ਬਿਲਕੁਲ ਭਾਗ ਲੈਂਦੇ ਨੇ। ਬਟ ਜੋ ਨੋਮੀਨੇਟ ਹੁੰਦੇ ਨੇ, ਠੀਕ ਹੈ ਜੀ, ਇਲੈਕਟਡ ਅਤੇ ਨੋਮੀਨੇਟ ਦੇ ਵਿੱਚ ਫਰਕ ਹੈ। ਠੀਕ ਹੈ ਜੀ, ਇਲੈਕਟਡ ਦਾ ਜਿਹੜੇ ਸਦਨ ਦੇ ਵਿੱਚ ਆਲਰੇਡੀ ਮੌਜੂਦ ਹੁੰਦੇ ਨੇ, ਨੋਮੀਨੇਟਡ ਮਤਲਬ ਕਿ ਉਹਨਾਂ ਦਾ ਲਿਸਟ ਦੇ ਵਿੱਚ ਨਾਂ ਆਇਆ ਹੁੰਦਾ, ਉਹ ਸਦਨ ਦੇ ਲਈ ਨੋਮੀਨੇਟ ਹੁੰਦੇ ਨੇ। ਤਾਂ ਨੋਮੀਨੇਟਡ ਮੈਂਬਰ ਕਦੇ ਵੀ ਭਾਗ ਨਹੀਂ ਲੈਂਦੇ ਪ੍ਰੈਜ਼ੀਡੈਂਟ ਦੇ ਇਲੈਕਸ਼ਨ ਦੇ ਵਿੱਚ, ਇਹ ਯਾਦ ਰੱਖਿਓ। ਤਾਂ ਇਹਦਾ ਆਨਸਰ ਨੰਬਰ 4 ਆਊਗਾ। ਤਾਂ ਨੋਮੀਨੇਟਡ ਮੈਂਬਰ ਆਫ ਬੋਥ ਹਾਊਸ, ਤਾਂ ਇਹ ਤੁਹਾਡਾ ਕਰੈਕਟ ਆਪਸ਼ਨ ਹੈ। ਠੀਕ ਹੈ ਜੀ, ਤਾਂ ਨੋਮੀਨੇਟਡ ਮੈਂਬਰ ਹੈ ਜਿਹੜੇ ਉਹ ਕਦੇ ਵੀ ਭਾਗ ਨਹੀਂ ਲੈਂਦੇ, ਇਲੈਕਟਡ ਬਿਲਕੁਲ ਲੈਂਦੇ ਨੇ। ਇਹ ਤੁਸੀਂ ਯਾਦ ਰੱਖਣਾ, ਮੋਸਟ ਇੰਪੋਰਟੈਂਟ ਕੁਐਸਚਨ ਹੈ। ਠੀਕ ਹੈ ਜੀ, ਤੇ ਇਹਦਾ ਆਨਸਰ ਆਊਗਾ ਆਨਸਰ ਨੰਬਰ 4, ਨੋਮੀਨੇਟਡ ਮੈਂਬਰ ਆਫ ਬੋਥ ਹਾਊਸ। ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ, ਅੱਗੇ ਵੀ ਤੁਹਾਨੂੰ ਇਹ ਪੁੱਛਿਆ ਜਾਊਗਾ। ਤਾਂ ਆਨਸਰ ਨੰਬਰ 4 ਇਹਦਾ ਆਨਸਰ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਡੱਚ ਈਸਟ ਇੰਡੀਆ ਕੰਪਨੀ ਕਮ ਟੂ ਇੰਡੀਆ ਇਨ। ਤਾਂ ਜਿਹੜੀ ਡੱਚ ਈਸਟ ਇੰਡੀਆ ਕੰਪਨੀ ਸੀ ਉਹ ਆਪਣੇ ਇੰਡੀਆ ਦੇ ਵਿੱਚ ਕਦੋਂ ਆਈ ਸੀ? ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਿਹੜੀਆਂ ਈਸਟ ਇੰਡੀਆ ਕੰਪਨੀ ਦਾ ਕੇਵਲ ਇਹ ਨਹੀਂ ਕਿ ਆਪਣੇ ਸਿਰਫ ਆਪਣੇ ਇੰਗਲਿਸ਼ ਆਏ ਨੇ। ਆਪਣੇ ਸਭ ਤੋਂ ਪਹਿਲਾਂ ਜਿਹੜੀ ਕੰਪਨੀ ਆਪਣੇ 'ਤੇ ਆਈ ਹੈ ਆਪਣੇ ਇੰਡੀਆ ਦੇ ਵਿੱਚ, ਉਹ ਆਏ ਨੇ ਪੋਰਚੁਗੀਜ਼, ਪੁਰਤਗਾਲੀ। ਸਭ ਤੋਂ ਪਹਿਲਾਂ ਆਪਣੇ ਪੋਰਟੁਗੀਜ਼ ਆਏ ਨੇ। ਠੀਕ ਹੈ ਜੀ, ਆਪਾਂ ਨੂੰ ਪਤਾ ਸਭ ਨੂੰ। ਅਤੇ ਕਦੋਂ ਆਏ ਨੇ ਇਹ ਵੀ ਤੁਹਾਨੂੰ ਪਤਾ ਹੈ, 1498 ਦੇ ਵਿੱਚ ਜਿਹੜਾ ਬੰਦਾ ਆਇਆ ਸੀ ਜਿਹਦਾ ਨਾਮ ਸੀ ਵਾਸਕੋ ਡੀ ਗਾਮਾ। ਠੀਕ ਹੈ ਜੀ, ਕੇਪ ਆਫ ਗੁੱਡ ਹੋਪ ਦੇ ਰਸਤੇ ਦੇ ਵਿੱਚੋਂ ਉਹ ਆਇਆ ਸੀ। ਠੀਕ ਹੈ ਜੀ, ਤਾਂ ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਪੁਰਤਗਾਲੀ ਸਭ ਤੋਂ ਪਹਿਲਾਂ ਆਏ ਨੇ ਅਤੇ ਪੁਰਤਗਾਲੀ ਹੀ ਸਭ ਤੋਂ ਲਾਸਟ 'ਤੇ ਆਪਣੇ ਗਏ ਨੇ। ਠੀਕ ਹੈ ਜੀ, ਇਹ ਤੁਹਾਨੂੰ ਪਤਾ ਹੋਣਾ ਚਾਹੀਦਾ। ਤਾਂ ਜਿਹੜੀ ਡੱਚ ਈਸਟ ਇੰਡੀਆ ਕੰਪਨੀ, ਸਭ ਤੋਂ ਪਹਿਲਾਂ ਤਾਂ ਇਹ ਪਤਾ ਹੋਣਾ ਚਾਹੀਦਾ ਕਿ ਡੱਚ ਆਏ ਕਿੱਥੋਂ ਸੀ। ਤਾਂ ਇਹ ਆਏ ਸੀ ਆਪਣੇ ਨੀਦਰਲੈਂਡ ਤੋਂ। ਇਹ ਤੁਸੀਂ ਲਿਖ ਲੈਣਾ ਸਹੀ ਕਰਕੇ। ਠੀਕ ਹੈ ਜੀ, ਤਾਂ ਨੀਦਰਲੈਂਡ ਦੇ ਵਿੱਚੋਂ ਆਏ ਸੀ ਆਪਣੇ ਜਿਹੜੇ ਡੱਚ ਆਏ ਸੀ। ਠੀਕ ਹੈ ਜੀ, ਤਾਂ ਸਭ ਤੋਂ ਪਹਿਲਾਂ ਆਪਣੇ ਪੁਰਤਗਾਲੀ ਆਏ ਸੀ 1498 ਦੇ ਵਿੱਚ। ਉਸ ਤੋਂ ਬਾਅਦ ਆਪਣੇ ਆਏ ਸੀ ਡੱਚ, ਅਤੇ ਤੀਸਰੇ ਨੰਬਰ 'ਤੇ ਆਏ ਸੀ ਆਪਣੇ ਇੰਗਲਿਸ਼। ਠੀਕ ਹੈ ਜੀ, ਤਾਂ ਜਿਹੜੀ ਡੱਚ ਈਸਟ ਇੰਡੀਆ ਕੰਪਨੀ ਸੀ ਉਹ ਆਈ ਸੀ ਆਪਣੇ 1602 ਦੇ ਵਿੱਚ। ਠੀਕ ਹੈ ਜੀ, ਇਸ ਤੋਂ ਬਾਅਦ ਆਪਣੇ 1608 ਦੇ ਵਿੱਚ ਆਏ ਸੀਗੇ ਇੰਗਲਿਸ਼ ਈਸਟ ਇੰਡੀਆ ਕੰਪਨੀ, ਜਿਨ੍ਹਾਂ ਨੇ ਆਪਣੇ 'ਤੇ 200 ਸਾਲ ਰਾਜ ਕੀਤਾ। ਠੀਕ ਹੈ ਜੀ, ਇਸ ਤੋਂ ਬਾਅਦ ਆਪਣੇ 1664 ਦੇ ਵਿੱਚ ਜਿਹੜੇ ਆਏ ਸੀ ਉਹ ਆਏ ਸੀ ਆਪਣੇ ਫਰੈਂਚ ਈਸਟ ਇੰਡੀਆ ਕੰਪਨੀ, ਲਾਸਟ ਦੇ ਵਿੱਚ ਆਈ ਸੀ ਸਭ ਤੋਂ। ਠੀਕ ਹੈ ਜੀ, ਜੇਕਰ ਤੁਹਾਨੂੰ ਇਹ ਪੁੱਛਣਗੇ ਕਿ ਈਸਟ ਇੰਡੀਆ ਕੰਪਨੀ ਜਿਹੜੀ ਇੰਗਲਿਸ਼ ਹੈ ਜਿਨ੍ਹਾਂ ਨੇ ਆਪਣੇ 'ਤੇ ਰਾਜ ਕੀਤਾ ਉਹ ਬਣੀ ਕਦੋਂ ਸੀ, ਤਾਂ ਉਹ ਬਣੀ ਸੀ 1600 ਦੇ ਵਿੱਚ। ਠੀਕ ਹੈ ਜੀ, ਤਾਂ ਇਹ ਚਾਰੋਂ ਆਪਸ਼ਨ ਤੁਹਾਡੇ ਤੁਹਾਨੂੰ ਮੈਂ ਇਹਨਾਂ ਬਾਰੇ ਦੱਸ ਦਿੱਤਾ ਹੈ। ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆਨਸਰ ਨੰਬਰ 1 ਹੈ, 1602 ਦੇ ਵਿੱਚ ਆਈ ਸੀ ਡੱਚ ਈਸਟ ਇੰਡੀਆ ਕੰਪਨੀ। ਠੀਕ ਹੈ ਜੀ, ਬਹੁਤ ਇੰਪੋਰਟੈਂਟ ਹੈ, ਆਨਸਰ ਨੰਬਰ 1।
ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਹੂ ਕੈਪਚਰਡ ਗੋਆ। ਜਿਹੜਾ ਆਪਣਾ ਗੋਆ ਕੈਪਚਰ ਕੀਤਾ ਸੀ, ਆਪਾਂ ਨੂੰ ਪਤਾ ਹੈ ਕਿ ਉਹ ਕਿਹਨੇ ਕੀਤਾ ਸੀ, ਪੁਰਤਗਾਲੀਆਂ ਨੇ ਕੀਤਾ ਸੀ। ਠੀਕ ਹੈ ਜੀ, ਤਾਂ ਉਹ ਕਿਹੜਾ ਗਵਰਨਰ ਸੀ ਪੁਰਤਗਾਲੀਆਂ ਦਾ ਜਿਹਨੇ ਗੋਆ ਕੈਪਚਰ ਕੀਤਾ ਸੀ। ਠੀਕ ਹੈ ਜੀ, ਤਾਂ ਜਿਹੜਾ ਪਹਿਲਾ ਆਪਸ਼ਨ ਹੈ ਤੁਹਾਡਾ ਫਰਾਂਸਿਸਕੋ ਡੀ ਅਲਮੇਡਾ। ਤਾਂ ਇਹ ਜਿਹੜਾ ਪੁਰਤਗਾਲੀਆਂ ਦਾ ਸਭ ਤੋਂ ਪਹਿਲਾ ਗਵਰਨਰ ਸੀ ਉਹ ਇਹ ਸੀ, ਫਰਾਂਸਿਸਕੋ ਡੀ ਅਲਮੇਡਾ। ਇਹ ਤੁਹਾਨੂੰ ਕੁਐਸਚਨ ਵੀ ਕਈ ਵਾਰ ਆਇਆ ਹੋਇਆ ਪੇਪਰਾਂ ਦੇ ਵਿੱਚ ਕਿ ਪੁਰਤਗਾਲੀਆਂ ਦੇ ਪਹਿਲੇ ਗਵਰਨਰ ਦਾ ਨਾਮ ਦੱਸੋ, ਤਾਂ ਉਹਦਾ ਨਾਮ ਸੀ ਫਰਾਂਸਿਸਕੋ ਡੀ ਅਲਮੇਡਾ। ਠੀਕ ਹੈ ਜੀ, ਤਾਂ ਜਿਹੜੇ ਬੰਦੇ ਨੇ ਗੋਆ ਨੂੰ ਕੈਪਚਰ ਕੀਤਾ ਸੀ ਉਹਦਾ ਨਾਮ ਸੀ ਅਲਫੈਂਸੋ ਡੀ ਐਲਬੂਕਰਕ। ਠੀਕ ਹੈ ਜੀ, ਇਹਦਾ ਨਾਮ AL ਪਾ ਲਿਓ ਇੱਥੇ। ਠੀਕ ਹੈ ਜੀ, AL ਅਲਫੋਂਸੋ ਡੀ ਐਲਬੂਕਰਕ। ਠੀਕ ਹੈ ਜੀ, ਐਲਬੂਕੁਰਿਕੂ ਵੀ ਕਹਿ ਦਿੰਦੇ ਨੇ ਇਹਨੂੰ। ਠੀਕ ਹੈ ਜੀ, ਇਹਦੀ ਪ੍ਰੋਨਾਂਸੀਏਸ਼ਨ ਤੁਸੀਂ ਦੇਖ ਲੈਣਾ, ਅਲਫੈਂਸੋ ਡੀ ਐਲਬੂਕਰਕ। ਇਹ ਪੁਰਤਗਾਲੀਆਂ ਦਾ ਸੈਕਿੰਡ ਗਵਰਨਰ ਸੀ। ਅਤੇ ਤੀਸਰਾ ਜਿਹੜਾ ਗਵਰਨਰ ਹੈ ਨਿਨਹੋ ਡੀ ਕੁਨਹਾ, ਇਹ ਜਿਹੜਾ ਤੀਸਰਾ ਗਵਰਨਰ ਹੈ। ਤਾਂ ਇਹ ਸੀਰੀਜ਼ ਵਾਈਜ਼ ਮੈਂ ਲਗਾਏ ਹੋਏ ਨੇ। ਪਹਿਲਾ ਗਵਰਨਰ ਸੀ ਫਰਾਂਸਿਸਕੋ ਡੀ ਅਲਮੇਡਾ, ਦੂਸਰਾ ਗਵਰਨਰ ਸੀ ਅਲਫੈਂਸੋ ਡੀ ਐਲਬੂਕਰਕ ਅਤੇ ਤੀਸਰਾ ਸੀਗਾ ਨਿਨਹੋ ਡੀ ਕੁਨਹਾ। ਤਾਂ ਨਿਨਹੋ ਡੀ ਕੁਨਹਾ ਨੇ ਕੀ ਕੀਤਾ ਸੀ, ਜਿਹੜੀ ਗੋਆ ਹੈਗਾ ਕੈਪਚਰ ਤਾਂ ਕੀਤਾ ਸੀ ਇਹ ਅਲਫੈਂਸੋ ਡੀ ਐਲਬੂਕਰਕ ਨੇ, ਬਟ ਜਿਹੜੀ ਕੈਪੀਟਲ ਤੁਹਾਨੂੰ ਪੁੱਛਣਗੇ ਕਿ ਗੋਆ ਨੂੰ ਕੈਪੀਟਲ ਕਿਹਨੇ ਬਣਾਇਆ ਸੀ, ਇਹ ਦੋ ਕੁਐਸਚਨ ਆਉਂਦੇ ਹੁੰਦੇ ਨੇ। ਇੱਕ ਤਾਂ ਤੁਹਾਨੂੰ ਪੁੱਛਣਗੇ ਕਿ ਕੈਪਚਰ ਕਿਹਨੇ ਕੀਤਾ ਸੀ, ਤਾਂ ਉਹ ਕੀਤਾ ਸੀ ਅਲਫੈਂਸੋ ਡੀ ਐਲਬੂਕਰਕ ਨੇ। ਬਟ ਜੇ ਤੁਹਾਨੂੰ ਪੁੱਛਣਗੇ ਕਿ ਕੈਪੀਟਲ ਕਿਹਨੇ ਬਣਾਇਆ ਸੀ, ਤਾਂ ਉਹ ਬਣਾਇਆ ਸੀ ਨਿਨਹੋ ਡੀ ਕੁਨਹਾ ਨੇ। ਇਹ ਯਾਦ ਰੱਖਿਓ, ਬਹੁਤ ਇੰਪੋਰਟੈਂਟ ਹੈ, ਪੁੱਛਿਆ ਜਾਂਦਾ ਬਹੁਤ ਵਾਰ। ਠੀਕ ਹੈ ਜੀ, ਤਾਂ ਵਾਸਕੋ ਡੀ ਗਾਮਾ ਬਾਰੇ ਤੁਸੀਂ ਜਾਣਦੇ ਹੋ, ਪਹਿਲਾ ਪੁਰਤਗਾਲੀ ਸੀ ਜਿਹੜਾ ਕਿ 1498 ਦੇ ਵਿੱਚ ਆਇਆ ਸੀ ਆਪਣੇ। ਠੀਕ ਹੈ ਜੀ, ਤਾਂ ਇਹਦੇ ਬਾਰੇ ਆਪਾਂ ਨੂੰ ਪਤਾ ਹੀ ਹੈ। ਤਾਂ ਇਹਦਾ ਜਿਹੜਾ ਆਨਸਰ ਆਊਗਾ ਉਹ ਆਊਗਾ ਆਨਸਰ ਨੰਬਰ 2, ਅਲਫੈਂਸੋ ਡੀ ਐਲਬੂਕਰਕ, ਜਿਹੜੇ ਬੰਦੇ ਨੇ ਕੈਪਚਰ ਕੀਤਾ ਸੀ ਗੋਆ ਆਦਿਲ ਸ਼ਾਹ ਤੋਂ। ਠੀਕ ਹੈ ਜੀ, ਤਾਂ ਆਨਸਰ ਨੰਬਰ 2 ਆਊਗਾ। ਅਤੇ ਇਹ ਵੀ ਪੁੱਛ ਸਕਦੇ ਕਿ ਕਦੋਂ ਕੀਤਾ ਸੀ, ਤਾਂ 1510 ਈਸਵੀ ਦੇ ਵਿੱਚ। ਇਹ ਵੀ ਯਾਦ ਰੱਖਣਾ ਬਹੁਤ ਇੰਪੋਰਟੈਂਟ ਹੈ। ਅਗਲਾ ਆਪਣਾ ਜਿਹੜਾ ਕੁਐਸਚਨ ਹੈ, ਵਿਚ ਆਫ ਦੀ ਫੋਲੋਇੰਗ ਇਜ਼ ਦਾ ਓਲਡੈਸਟ ਹਾਈ ਕੋਰਟ ਇਨ ਇੰਡੀਆ। ਠੀਕ ਹੈ ਜੀ, ਤਾਂ ਆਪਾਂ ਨੂੰ ਪਤਾ ਹੈ ਕਿ ਜਿਹੜੇ ਆਪਣੇ ਆਪਸ਼ਨ ਦੇ ਵਿੱਚ ਇਹ ਹਾਈ ਕੋਰਟ ਨੇ, ਇਹ ਤਿੰਨੋਂ ਹੀ ਵੈਸੇ ਤਾਂ ਓਲਡੈਸਟ ਨੇ। ਠੀਕ ਹੈ ਜੀ, ਜਿਵੇਂ ਕਿ ਬੰਬੇ, ਮਦਰਾਸ ਅਤੇ ਕਲਕੱਤਾ, ਆਪਾਂ ਨੂੰ ਪਤਾ ਹੈ ਕਿ 1862 ਦੇ ਵਿੱਚ ਇਹ ਬਣੇ ਸੀ। ਠੀਕ ਹੈ ਜੀ, ਬਟ ਇਹਨਾਂ ਦੇ ਵਿੱਚੋਂ ਵੀ ਤੁਸੀਂ ਓਲਡੈਸਟ ਦੱਸਣਾ। ਤਾਂ ਇਹੋ ਜਿਹੇ ਕੁਐਸਚਨ ਅਕਸਰ ਅੱਜ ਕੱਲ੍ਹ ਪੁੱਛੇ ਜਾਂਦੇ ਨੇ। ਆਪਾਂ ਨੂੰ ਪਤਾ ਹੈ ਕਿ ਕੰਪੀਟੀਸ਼ਨ ਦਾ ਦੌਰ ਹੈ। ਜੇਕਰ ਤੁਹਾਡੀ ਤਿਆਰੀ, ਤੁਸੀਂ ਆਪਣਾ ਲੈਵਲ ਚੈੱਕ ਕਰਨਾ ਚਾਹੁੰਦੇ ਹੋ, ਤਾਂ ਆਪਣੇ ਸਟੈਟਿਕ ਜੀਕੇ ਦੇ ਤੁਸੀਂ ਜਿੰਨੇ ਵੀ ਆਪਣੇ ਅੱਜ ਤੱਕ ਸੈਸ਼ਨ ਅਪਲੋਡ ਹੋਏ ਨੇ ਉਹ ਤੁਸੀਂ ਸਾਰੇ ਲਗਾਓ, ਤੁਹਾਨੂੰ ਪਤਾ ਲੱਗੂ ਕਿ ਤੁਹਾਡੀ ਤਿਆਰੀ ਕਿੰਨੀ ਕੁ ਹੈ। ਠੀਕ ਹੈ ਜੀ, ਇਹਦੇ ਵਿੱਚ ਤੁਹਾਡੀ ਰਿਵੀਜ਼ਨ ਵੀ ਹੁੰਦੀ ਹੈ। ਜਿਹੜੇ ਬੱਚਿਆਂ ਦੀ ਫੁੱਲ ਤਿਆਰੀ ਹੈ ਉਹਦੀ ਇਹਨਾਂ ਦੇ ਵਿੱਚ ਰਿਵੀਜ਼ਨ ਹੁੰਦੀ ਹੈ। ਠੀਕ ਹੈ ਜੀ, ਜਿਨ੍ਹਾਂ ਦੀ ਤਿਆਰੀ ਨਹੀਂ ਹੈ ਉਹਨਾਂ ਦੀ ਬੇਸਿਕ ਲੈਵਲ ਤੋਂ ਤਿਆਰੀ ਵੀ ਹੁੰਦੀ ਹੈ। ਠੀਕ ਹੈ ਜੀ, ਤਾਂ ਇਹ ਤੁਸੀਂ ਆਪਣੀ ਤਿਆਰੀ ਦਾ ਲੈਵਲ ਵੀ ਚੈੱਕ ਕਰ ਸਕਦੇ ਹੋ। ਤਾਂ ਆਪਾਂ ਨੂੰ ਪਤਾ ਹੈ ਕਿ ਹੁਣ ਬਹੁਤ ਡੀਪਲੀ ਪੁੱਛੇ ਜਾਂਦੇ ਨੇ ਕੁਐਸਚਨ। ਤਾਂ ਇਹਦਾ ਜਿਹੜਾ ਆਨਸਰ ਹੈ, ਆਨਸਰ ਨੰਬਰ 3 ਆਊਗਾ। ਸਭ ਤੋਂ ਓਲਡੈਸਟ ਹੈ ਜਿਹੜੀ ਉਹ ਕਲਕੱਤਾ ਹਾਈ ਕੋਰਟ ਹੈ। ਠੀਕ ਹੈ ਜੀ, ਤਾਂ ਆਨਸਰ ਨੰਬਰ 3 ਆਊਗਾ। ਕਦੋਂ ਬਣੀ ਸੀ ਇਹ? 2 ਜੁਲਾਈ 1862 ਨੂੰ ਬਣੀ ਸੀ। ਇਹ ਵੀ ਤੁਸੀਂ ਯਾਦ ਰੱਖ ਲਿਓ, ਇਹ ਤੁਹਾਨੂੰ ਪੁੱਛਿਆ ਜਾਊਗਾ, ਬਹੁਤ ਇੰਪੋਰਟੈਂਟ ਹੈ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੂ ਸਪਰੈਸ ਦਾ ਰਿਵੋਲਟ ਇਨ ਝਾਂਸੀ ਇਨ 1857। ਠੀਕ ਹੈ ਜੀ, ਤਾਂ 1857 ਈਸਵੀ ਦਾ ਜਿਹੜਾ ਵਿਦਰੋਹ ਆਪਣਾ ਹੋਇਆ ਸੀ, ਜਿਹਨੂੰ ਕਿ ਫਸਟ ਵਾਰ ਆਫ ਇੰਡੀਪੈਂਡੈਂਸ ਕਿਹਾ ਜਾਂਦਾ ਹੈ, ਕਿਹਨੇ ਕਿਹਾ? VD ਸਾਵਰਕਰ ਨੇ। ਠੀਕ ਹੈ ਜੀ, VD ਸਾਵਰਕਰ ਨੇ ਕਿਹਾ ਫਸਟ ਵਾਰ ਆਫ ਇੰਡੀਪੈਂਡੈਂਸ। ਠੀਕ ਹੈ ਜੀ, ਇਹ ਯਾਦ ਰੱਖਿਓ, ਇਹ ਵੀ ਪੁੱਛਿਆ ਜਾਂਦਾ ਬਹੁਤ ਵਾਰ ਕਿ ਫਸਟ ਵਾਰ ਆਫ ਇੰਡੀਪੈਂਡੈਂਸ। ਇਹਨਾਂ ਦੀ ਬੁੱਕ ਦਾ ਨਾਮ ਵੀ ਫਸਟ ਵਾਰ ਆਫ ਇੰਡੀਪੈਂਡੈਂਸ ਹੈ। ਠੀਕ ਹੈ ਜੀ, ਜੇ ਤੁਹਾਨੂੰ ਪੁੱਛਿਆ ਜਾਊਗਾ ਕਿ ਜੇ 1857 ਈਸਵੀ ਦੇ ਵਿਦਰੋਹ ਨੂੰ ਇਹ ਕਿਹਾ ਕਿ ਨਾ ਤਾਂ ਇਹ ਪਹਿਲੀ ਵਾਰ ਸੀ ਅਤੇ ਨਾ ਹੀ ਇਹ ਇੰਡੀਪੈਂਡੈਂਸ ਦੀ ਕੋਈ ਵਾਰ ਸੀ। ਠੀਕ ਹੈ ਜੀ, ਤਾਂ ਉਹ ਕਿਹਾ RC ਮਜ਼ੂਮਦਾਰ ਨੇ। ਠੀਕ ਹੈ ਜੀ, ਇਹ ਬੰਦੇ ਨੇ ਨੈਗੇਟਿਵ ਕਮੈਂਟ ਕੀਤਾ ਸੀ। ਇਹ ਕਹਿੰਦਾ ਵੀ ਇਹ ਕੋਈ ਪਹਿਲੀ ਨੈਸ਼ਨਲ ਵਾਰ ਨਹੀਂ ਸੀ, ਕੋਈ ਇਹ ਇੰਡੀਪੈਂਡੈਂਸ ਲਈ ਨਹੀਂ ਸੀ, ਇਹ ਆਪਦੇ ਪਰਸਨਲ, ਆਪਦੇ ਨਿੱਜ ਦੇ ਲਈ ਲੜਾਈ ਸੀ। ਠੀਕ ਹੈ ਜੀ, ਕਿਉਂਕਿ ਜਿਹੜੇ ਰਾਣੀ ਝਾਂਸੀ ਸੀ ਉਹ ਆਪਦੇ ਲਈ ਲੜ ਰਹੀ ਸੀ, ਨਾਨਾ ਸਾਹਿਬ ਤਾਂਤੀਆਂ ਤੋਪੇ, ਠੀਕ ਹੈ ਜੀ, ਉਹ ਸਾਰੇ ਆਪੋ ਆਪਣੇ ਲਈ ਲੜ ਰਹੇ ਸੀ, ਆਪਣੇ ਮਤਲਬ ਦੇ ਲਈ। ਠੀਕ ਹੈ ਜੀ, RC ਮਜ਼ੂਮਦਾਰ, ਇਹਦਾ ਨਾਮ ਵੀ ਯਾਦ ਰੱਖਿਓ। ਤਾਂ ਇਹ ਤੁਹਾਨੂੰ ਪੁੱਛਿਆ ਗਿਆ ਕਿ ਜਿਹੜੀ ਰਾਣੀ ਲక్ష్ਮੀ ਬਾਈ ਲੜੀ ਸੀ ਝਾਂਸੀ ਤੋਂ, ਆਪਾਂ ਨੂੰ ਪਤਾ ਹੈ ਕਿ ਉਹਨੂੰ ਇੱਕ ਬਹੁਤ ਵਧੀਆ ਸੋਲਜਰ ਮੰਨਿਆ ਗਿਆ। ਜਿਹੜੇ ਬੰਦੇ ਨੇ ਇਹਨੂੰ ਸਪਰੈਸ ਕੀਤਾ ਸੀ, ਮਤਲਬ ਇਹਨੂੰ ਹਰਾਇਆ ਸੀ ਅੰਗਰੇਜ਼ ਨੇ, ਉਹ ਬੰਦੇ ਨੇ ਖੁਦ ਵੀ ਆਪਣੀ ਬੁੱਕ ਦੇ ਵਿੱਚ ਇਹ ਮੰਨਿਆ ਕਿ ਜਿਹੜੀ ਰਾਣੀ ਲక్ష్ਮੀ ਬਾਈ ਸੀ ਬਹੁਤ ਵਧੀਆ ਸੋਲਜਰ ਸੀ, ਉਹ ਮੈਦਾਨ ਦੇ ਵਿੱਚ ਬਹੁਤ ਡਟ ਕੇ ਲੜੀ ਸੀ। ਠੀਕ ਹੈ ਜੀ, ਤਾਂ ਉਹ ਬੰਦੇ ਦਾ ਨਾਮ ਹੈ ਸਰ ਹਿਊ ਗਰੋਜ਼। ਠੀਕ ਹੈ ਜੀ, ਪੁੱਛਿਆ ਜਾਊ, ਤੁਹਾਨੂੰ ਬਹੁਤ ਵਾਰ ਪੁੱਛਿਆ ਗਿਆ, ਬਹੁਤ ਇੰਪੋਰਟੈਂਟ ਹੈ। ਅਤੇ ਇਸ ਤੋਂ ਬਾਅਦ ਕੋਲਿਨ ਕੈਂਪਬੈਲ ਦਾ ਨਾਮ ਵੀ ਤੁਹਾਨੂੰ ਪੁੱਛਿਆ ਜਾਊਗਾ। ਕੋਲਿਨ ਕੈਂਪਬੈਲ ਨੇ ਜਿਹੜੇ ਜ਼ਿਆਦਾਤਰ ਰਿਵੋਲਟ ਕੋਲਿਨ ਕੈਂਪਬੈਲ ਨੇ ਹੀ ਸਪਰੈਸ ਕੀਤੇ ਸੀ। ਠੀਕ ਹੈ ਜੀ, ਤਾਂ ਇਹ ਵੀ ਤੁਸੀਂ ਯਾਦ ਰੱਖਣਾ। ਤਾਂ ਇਹਦਾ ਆਨਸਰ ਆਊਗਾ ਸਰ ਹਿਊ ਗਰੋਜ਼। ਅਤੇ ਰੋਬਰਟ ਕਲਾਈਵ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੀ ਹੋਈ ਸੀ ਆਪਣੀ 1757 ਦੇ ਵਿੱਚ, 1757 ਦੇ ਵਿੱਚ ਜਿਹੜੀ ਹੋਈ ਸੀ ਬੈਟਲ ਆਫ ਪਲਾਸੀ, ਤਾਂ ਰੋਬਰਟ ਕਲਾਈਵ ਅਤੇ ਸਿਰਾਜ ਉਦ ਦੌਲਾ ਦੇ ਵਿਚਕਾਰ ਹੋਈ ਸੀ। ਠੀਕ ਹੈ ਜੀ, ਇਸ ਤੋਂ ਬਾਅਦ ਹੈਕਟਰ ਮੁਨਰੋ ਬਾਰੇ ਵੀ ਤੁਹਾਨੂੰ ਪਤਾ ਹੈ ਕਿ ਜਿਹੜੀ ਬੈਟਲ ਆਫ ਬਕਸਰ ਹੋਈ ਹੈ 1764 ਦੇ ਵਿੱਚ। ਠੀਕ ਹੈ ਜੀ, 1764 ਦੇ ਵਿੱਚ ਬੈਟਲ ਆਫ ਬਕਸਰ ਹੋਈ ਹੈ। ਤਾਂ ਅੰਗਰੇਜ਼ਾਂ ਦੀ ਸਾਈਡ ਤੋਂ ਕੌਣ ਲੜ ਰਿਹਾ ਸੀ? ਟ੍ਰਿਪਲ ਅਲਾਇੰਸ ਦੇ ਨਾਲ ਹੈਕਟਰ ਮੁਨਰੋ। ਟ੍ਰਿਪਲ ਅਲਾਇੰਸ ਦੇ ਵਿੱਚ ਕੌਣ ਸੀ?
शुजा-उद-दौला, ठीक है जी। एक सीगा अपना मीर कासिम शुजा-उद-दौला, ठीक है जी। तो एक सीगा अपना मुगलों का जिहड़ा वो राजा सी बहादुर शाह जफर, ठीक है जी। बहादुर शाह सैकेंड भी उन्होंने कहा जाता है। तो हैक्टर मुनरो जिहड़ा लड़ रहा सी वो अंग्रेज़ों की साइड तो लड़ रहा सी, ठीक है जी। तो यदा आंसर आऊगा आंसर नंबर 2। तो कई बार तुहानूं ये पूछा जा सकता है कि 1857 ईस्वी का विद्रोह कितना टाइम ਚੱਲਿਆ सी। तो यह ਚੱਲਿਆ सी 10 मई तो लैके 20 जून 1858 तक ਚੱਲਿਆ सी, ना कि 57, ठीक है जी। 1858 तक ये ਚੱਲਿਆ सी 13 महीने लगातार, ठीक है जी। तो ये बहुत वड्डा विद्रोह सी ते जिन्हें कि अपने ਆਪਾਂ ਕਹਿ ਸਕਦੇ ਹਾਂ कि आज़ादी ਦੇ ਵਿੱਚ बहुत ਵੱਡਾ ਰੋਲ ਅਦਾ ਇਹ ਕਰਦਾ ਹੈ, ठीक है जी। तो 10 मई तो 20 जून 1858 तक ਇਹ ਚੱਲਿਆ ਸੀ। 10 मई 1857 तो 20 जून 1858, ਇਹ याद रखियो। अगला जो अपना क्वेश्चन है विच इज़ दी डीपेस्ट पॉइंट ऑफ इंडियन ओशन, ठीक है जी। तो ये तुहानूं पूछा जाऊगा, बहुत इंपॉर्टेंट क्वेश्चन है। तुहानूं पैसीफिक का ज़्यादातर पहला पूछा जाता सी, बट हुण इंडियन का भी पूछा जा सकता है, ठीक है जी। जो अपना इंडियन ओशन है, इंडियन ओशन के 2 पार्ट ने, एक तो है अपना अरेबियन सी, एक है अपना बे ऑफ बंगाल। इनू याद करने का की तरीका है, जोड़ा इंडिया के मैप का नीचे वाला हिस्सा है वो आप इत्थे ड्रा कर लें। तो इधर है तुसीं इस तरह लिख सकते हो ए तो बी, ठीक है जी। तो जी ए साइड है ये अपना अरेबियन सी है, ये अपनी बे ऑफ बंगाल है, ठीक है जी। ये याद रखना। तो ये इंडियन ओशन का पार्ट ने, ठीक है जी। तो इंडियन ओशन का तुहानूं पूछा गया कि डीपेस्ट पॉइंट किहड़ा है, तो यदा आंसर आऊगा आंसर नंबर 2 ज़ारा ट्रेंच, ठीक है जी। जिहड़ा मरियाना ट्रेंच है ये किहदा हैगा, ये अपना पैसीफिक ओशियन का, ये भी याद रखियो, ठीक है जी। पैसीफिक ओशियन का हैगा जिहड़ा वो है अपना मरियाना ट्रेंच। ये पैसीफिक ओशन जिन्हों प्रशांत महासागर कहने हैं, जिहड़ा कि सब तो डीपेस्ट अपना ओशियन है, ठीक है जी। तो ये याद रखियो। तो यदा आंसर आऊगा ज़ारा ट्रेंच, ठीक है जी। तो ये तुहानूं पूछा जा सकता है आंसर नंबर 2। अगला जो अपना क्वेश्चन है गर्म पानी वाइल्ड लाइफ सेंचुरी इज़ लोकेटेड इन, तो यदा जो आंसर है वो है आंसर नंबर 2 असम दे विच है, ठीक है जी। तो असम तुहानूं पूछा जाऊगा, तो दिफू दे विच है, दिफू असम, आंसर नंबर 2 आऊगा इहदा। अगला जो अपना क्वेश्चन है वी यूज़ द शॉर्टकट की टू पेस्ट, तो जो आप कॉपी कर लें, कॉपी तो बाद आप पेस्ट करते हैं, ठीक है जी। तो पेस्ट की तुहानूं शॉर्टकट की पता होनी चाहिए है, ठीक है जी। जी Ctrl+A है, ये आप की करते हैं सिलैक्ट ऑल, ठीक है जी। तो जे आप सारे चीज़ को सिलैक्ट करना है, सारे डॉक्यूमेंट को सिलैक्ट करना है, तो Ctrl+A करते हैं। Ctrl+C काहदे लई है, ये भी तुहानूं पता है कि Ctrl+C अपनी कॉपी दे लई है, ठीक है जी। तो Ctrl+P तो ज़्यादातर जो स्टूडेंट है जिन्होंने बिल्कुल भी नहीं पढ़िया कंप्यूटर बारे, तो वो P ला के आउणगे, ठीक है जी। पेस्ट P फॉर पेस्ट, ठीक है जी। बट P फॉर की हुंदा हैगा प्रिंट हुंदा, ठीक है जी। तो ये प्रिंट लिए यूज़ होंगी है। तो इस तो बाद तुहाडा जिहड़ा आंसर बच गया वो है आंसर नंबर 4 अपना Ctrl+V, ठीक है जी। तो ये सिलैक्ट ऑल लई हुंदा, ये कॉपी लई हुंदा, ये प्रिंट लई हुंदा, तो Ctrl+V है जिहड़ा वो अपना पेस्ट लई हुंदा। ये याद रखियो, बहुत इंपॉर्टेंट है। तो आंसर नंबर 4 आऊगा। अगला जो अपना क्वेश्चन है विच रैम इज़ नीड टू रीफ्रैश मैनी टाइम्स, तो कहता वो किहड़ी रैम है, रैम की तुहानूं फुल फॉर्म पता होनी चाहिए है, ठीक है जी। जिहड़ी दी फुल फॉर्म है वो है अपनी रैंडम एक्सेस मैमरी, रैंडम एक्सैस मैमरी रैम नूं कहा जाता है। वैसे तो तुहानूं पता ही है, ठीक है जी। जोड़े बच्चे पढ़ते हैं कंप्यूटर बारे, तो कहता वो किहड़ी रैम है, क्योंकि रैम भी अगे फरदर डिवाइड की हुई है। जिवें कि एस रैम का की मतलब होंदा स्टैटिक रैम। स्टैटिक की होंदा जिहड़ी आपां स्टैटिक जी के पढ़ रहे हैं, जिहड़ी कि स्थिर होंदा, जिहड़ी चीज़ दे विच कोई तब्दीली नहीं आउंदी, उहनूं स्टैटिक कहा जाता है। डी रैम होंदा डायनामिक रैम, एस डी रैम होंदा सिंक्रोनस डायनामिक रैम, ठीक है जी। तो इन्हां दे विचों जिहड़ी वो है आंसर नंबर 2 आऊगा डायनामिक रैम, ठीक है जी। इनू याद रखियो, तुहानूं पूछा जाऊगा, बहुत इंपॉर्टेंट है। तो डायनामिक रैम नूं वार वार रिफ्रैश करना पैंदा, इसदा आंसर नंबर 2 आऊगा। अगला जो अपना क्वेश्चन है हू डिज़ाइंड आवर नैशनल फ्लैग, ये बहुत बार पूछा गया क्वेश्चन है, तो बहुत ज़्यादा इंपॉर्टेंट है, ठीक है जी। अपने नैशनल फ्लैग है जो अपना ट्राई कलर तिरंगा जिन्हों आप कहने, ठीक है जी। तो उन्होंने डिज़ाइन किने किया, पिंगाली, ये आई है, ठीक है जी। इनू यू ना लिखियो, आई है ये। पिंगाली वेंकैया, वियोहर राम मनोहर, प्रेम बिहारी नारायण रायजादा या ऑल ऑफ दी अबव, ठीक है जी। तो यदा जो आंसर है वो आंसर नंबर 1 आऊगा पिंगाली वेंकैया। यदा नाम याद रखियो, नैशनल फ्लैग नूं ये बंदे ने डिज़ाइन किया, ठीक है जी। इस तो बाद तुहानूं पुछणगे कि वियोहर राम मनोहर भी बहुत इंपॉर्टेंट परसनैलिटी है,
ਇਹ ਬੰਦੇ ਨੇ ਆਪਣੀ ਪ੍ਰੀਐਂਬਲ ਨੂੰ ਡਿਜ਼ਾਈਨ ਕੀਤਾ ਹੈ। ਠੀਕ ਹੈ ਜੀ, ਜਿਹੜੀ ਆਪਣੀ ਪ੍ਰੀਐਂਬਲ ਨੂੰ ਇੱਕ ਤਾਂ ਕੈਲੀਗ੍ਰਾਫੀ ਪੁੱਛਣਗੇ ਤੁਹਾਨੂੰ, ਤਾਂ ਪ੍ਰੀਐਂਬਲ ਨੂੰ ਡਿਜ਼ਾਈਨ ਕਰਨ ਵਾਲਾ ਬੰਦਾ ਕੌਣ ਹੈ, ਤਾਂ ਉਹ ਇਹ ਹੈ ਬਿਓਹਰ ਰਾਮ ਮਨੋਹਰ। ਠੀਕ ਹੈ ਜੀ, ਤਾਂ ਡਿਜ਼ਾਈਨ ਹੈ ਇਹ, ਇਹਨੇ ਡਿਜ਼ਾਈਨ ਕੀਤਾ। ਬਟ ਜੇ ਤੁਹਾਨੂੰ ਪੁੱਛਿਆ ਕਿ ਕੈਲੀਗ੍ਰਾਫੀ ਮਤਲਬ ਸੋਹਣੇ ਸੋਹਣੇ ਅੱਖਰਾਂ ਦੇ ਵਿੱਚ ਪ੍ਰੀਐਂਬਲ ਨੂੰ ਲਿਖਿਆ ਕਿਹਨੇ ਹੈ, ਤਾਂ ਇਹ ਸਾਰੇ ਇੰਪੋਰਟੈਂਟ ਪਰਸਨੈਲਿਟੀ ਹੈ। ਇਹ ਲਿਖਣ ਦੇ ਵਿੱਚ ਥੋੜੀ ਪ੍ਰੋਬਲਮ ਆਉਂਦੀ ਹੈ, ਇਹਨੂੰ ਸਹੀ ਕਰਕੇ ਲਿਖ ਲੈਣਾ। ਠੀਕ ਹੈ ਜੀ, ਤਾਂ ਕੈਲੀਗ੍ਰਾਫੀ ਹੁੰਦਾ ਮਤਲਬ ਇੱਕ ਬਹੁਤ ਵਧੀਆ ਤਰੀਕੇ ਨਾਲ ਲਿਖਣਾ, ਤਾਂ ਉਹ ਆਪਣਾ ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ। ਤਾਂ ਪ੍ਰੀਐਂਬਲ ਨੂੰ ਲਿਖਿਆ ਸੋਹਣੇ ਸੋਹਣੇ ਅੱਖਰਾਂ ਦੇ ਵਿੱਚ ਪ੍ਰੇਮ ਬਿਹਾਰੀ ਨਾਰਾਇਣ ਰਾਏਜ਼ਾਦਾ ਨੇ, ਜਿਹਨੇ ਕੈਲੀਗ੍ਰਾਫੀ ਤਿਆਰ ਕੀਤੀ ਹੈ ਪ੍ਰੀਐਂਬਲ ਦੀ। ਅਤੇ ਜੇ ਤੁਹਾਨੂੰ ਪੁੱਛਿਆ ਕਿ ਪ੍ਰੀਐਂਬਲ ਨੂੰ ਡਿਜ਼ਾਈਨ ਕਿਹਨੇ ਕੀਤਾ, ਉਹ ਕੀਤਾ ਬਿਓਹਰ ਰਾਮ ਮਨੋਹਰ ਨੇ। ਅਤੇ ਇਹਦਾ ਆਨਸਰ ਆਊਗਾ ਪਿੰਗਾਲੀ ਵੈਂਕਈਆ। ਠੀਕ ਹੈ ਜੀ, ਤਾਂ ਆਨਸਰ ਨੰਬਰ 1 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੂ ਵਾਜ਼ ਦੀ ਵਾਈਸ ਪ੍ਰੈਜ਼ੀਡੈਂਟ ਆਫ ਕੌਂਸਟੀਟਿਊਸ਼ਨਲ ਅਸੈਂਬਲੀ। ਠੀਕ ਹੈ ਜੀ, ਤਾਂ 9 ਦਸੰਬਰ 1946 ਨੂੰ ਆਪਣਾ ਜਿਹੜਾ ਸਟਾਰਟ ਹੋਇਆ ਸੀ ਕੌਂਸਟੀਟਿਊਸ਼ਨ ਦਾ, ਕੌਂਸਟੀਟਿਊਸ਼ਨ ਅਸੈਂਬਲੀ ਜਿਹੜੀ ਆਪਣੀ ਫਸਟ ਮੀਟਿੰਗ ਜਿਹੜੀ ਆਪਣੀ ਹੋਈ ਸੀ। ਠੀਕ ਹੈ ਜੀ, 9 ਦਸੰਬਰ 1946 ਨੂੰ। ਠੀਕ ਹੈ ਜੀ, ਤਾਂ ਉਸ ਟਾਈਮ 'ਤੇ ਇਹ ਆਪਾਂ ਨੂੰ ਵਾਈਸ ਪ੍ਰੈਜ਼ੀਡੈਂਟ ਪੁੱਛ ਰਿਹਾ, ਕਿਉਂਕਿ ਉਹ ਜਿਹੜੇ ਕੁਐਸਚਨ ਪਹਿਲਾਂ ਤੁਹਾਨੂੰ ਆਉਂਦੇ ਹੁੰਦੇ ਸੀ ਉਹ ਪੁਰਾਣੇ ਹੋ ਗਏ, ਹੁਣ ਇਹ ਨਵੇਂ ਤਰੀਕੇ ਨਾਲ ਕੁਐਸਚਨ ਤੁਹਾਡੇ ਸਟਾਰਟ ਹੋ ਗਏ। ਕੰਪੀਟੀਸ਼ਨ ਦਾ ਯੁੱਗ ਹੈ, ਤਾਂ ਕਰਕੇ ਤੁਹਾਡਾ ਹਰ ਇੱਕ ਪੁਆਇੰਟ ਕਵਰ ਹੋਣਾ ਚਾਹੀਦਾ ਹੈ। ਠੀਕ ਹੈ ਜੀ, ਤਾਂ ਸੱਚਿਦਾਨੰਦ ਸਿਨਹਾ ਆਪਾਂ ਨੂੰ ਪਤਾ ਹੈ ਕਿ ਟੈਂਪਰੇਰੀ ਪ੍ਰੈਜ਼ੀਡੈਂਟ ਨੇ ਇਹ ਆਪਣੀ ਕੌਂਸਟੀਟਿਊਸ਼ਨਲ ਅਸੈਂਬਲੀ ਦੇ। ਡਾਕਟਰ ਰਾਜਿੰਦਰ ਪ੍ਰਸਾਦ ਬਾਰੇ ਵੀ ਆਪਾਂ ਨੂੰ ਪਤਾ ਹੈ ਕਿ ਇਹ ਆਪਣੇ ਪਰਮਾਨੈਂਟ ਪ੍ਰੈਜ਼ੀਡੈਂਟ ਨੇ ਕੌਂਸਟੀਟਿਊਸ਼ਨਲ ਅਸੈਂਬਲੀ ਦੇ। ਇਹ ਆਪਣੇ ਕੌਂਸਟੀਟਿਊਸ਼ਨਲ ਐਡਵਾਈਜ਼ਰ ਨੇ BN ਰਾਓ। ਠੀਕ ਹੈ ਜੀ, ਤਾਂ ਇਹਦਾ ਜਿਹੜਾ ਆਨਸਰ ਆਊਗਾ ਆਨਸਰ ਨੰਬਰ 4 HC ਮੁਖਰਜੀ। ਇਹਨਾਂ ਦਾ ਨਾਮ ਯਾਦ ਰੱਖਿਓ, ਵਾਈਸ ਪ੍ਰੈਜ਼ੀਡੈਂਟ ਨੇ ਇਹ ਆਪਣੇ ਕੌਂਸਟੀਟਿਊਸ਼ਨਲ ਅਸੈਂਬਲੀ ਦੇ। ਤਾਂ ਆਨਸਰ ਨੰਬਰ 4 ਆਊਗਾ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਹੂ ਵਾਜ਼ ਦ ਪ੍ਰੈਜ਼ੀਡੈਂਟ ਆਫ ਕਮੇਟੀ ਔਨ ਫੰਡਾਮੈਂਟਲ ਰਾਈਟਸ। ਠੀਕ ਹੈ ਜੀ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਜਦੋਂ ਆਪਣਾ ਕੌਂਸਟੀਟਿਊਸ਼ਨ ਤਿਆਰ ਹੋਇਆ, ਇਹ ਨਹੀਂ ਕਿ ਉਹ ਸਿਰਫ ਇੱਕ ਦੋ ਜਣਿਆਂ ਨੇ ਜਾਂ ਕੁਛ ਕੁ ਕਮੇਟੀਜ਼ ਨੇ ਉਹ ਤਿਆਰ ਕਰਤਾ, ਅਲੱਗ-ਅਲੱਗ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਸੀ। ਤਾਂ ਇਹ ਕਮੇਟੀ ਬਹੁਤ ਇੰਪੋਰਟੈਂਟ ਹੈ, ਕਮੇਟੀ ਔਨ ਫੰਡਾਮੈਂਟਲ ਰਾਈਟਸ। ਤਾਂ ਇੱਕ ਕਮੇਟੀ ਬਣਾਈ ਗਈ ਸੀ ਫੰਡਾਮੈਂਟਲ ਰਾਈਟਸ ਕਮੇਟੀ, ਤਾਂ ਉਹਦਾ ਜਿਹੜਾ ਪ੍ਰੈਜ਼ੀਡੈਂਟ ਸੀ ਉਹ ਕੌਣ ਹੈ। ਠੀਕ ਹੈ ਜੀ, ਤਾਂ ਯੂਨੀਅਨ ਪਾਵਰ ਕਮੇਟੀ ਵਾਲਾ ਸੀਗਾ ਆਪਣਾ ਜਵਾਹਰ ਲਾਲ ਨਹਿਰੂ, ਜਿਹੜਾ ਯੂਨੀਅਨ ਪਾਵਰ ਕਮੇਟੀ ਨਾਲ ਸੰਬੰਧਿਤ ਹੈ। BR ਅੰਬੇਦਕਰ ਆਪਾਂ ਜਾਣਦੇ ਹਾਂ ਡਰਾਫਟਿੰਗ ਕਮੇਟੀ ਦੇ ਨਾਲ। ਠੀਕ ਹੈ ਜੀ, ਅਤੇ ਰਾਜਿੰਦਰ ਪ੍ਰਸਾਦ ਜਿਹੜਾ ਆਪਣਾ ਫਾਈਨਾਂਸ ਕਮੇਟੀ, ਤਾਂ ਉਹ ਰਾਜਿੰਦਰ ਪ੍ਰਸਾਦ ਕੋਲ ਸੀ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 3 ਆਊਗਾ, ਸਰਦਾਰ ਵੱਲਭ ਭਾਈ ਪਟੇਲ, ਸਰਦਾਰ ਪਟੇਲ। ਠੀਕ ਹੈ ਜੀ, ਤਾਂ ਆਨਸਰ ਨੰਬਰ 3। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਵਿਚ ਕਮੇਟੀ ਐਕਸੈਪਟ ਦਾ ਪਲਾਨ ਆਫ ਸਟੇਟ ਰੀਆਰਗੇਨਾਈਜੇਸ਼ਨ ਔਨ ਲਿੰਗੁਇਸਟਿਕ ਬੇਸਿਸ। ਠੀਕ ਹੈ ਜੀ, ਤਾਂ ਉਹ ਕਹਿੰਦੇ ਕਿਹੜੀ ਕਮੇਟੀ ਸੀ ਜਿਨ੍ਹਾਂ ਨੇ ਐਕਸੈਪਟ ਕਰ ਲਿਆ ਸੀ ਇਹ ਪਲਾਨ ਨੂੰ ਕਿ ਸਟੇਟ ਰੀਆਰਗੇਨਾਈਜੇਸ਼ਨ ਦਾ ਕੀ ਮਤਲਬ ਹੈ ਕਿ ਜਿਹੜੇ ਸਟੇਟ ਹੈ ਉਹ ਵੰਡੇ ਜਾਣ ਭਾਸ਼ਾ ਦੇ ਆਧਾਰ 'ਤੇ। ਤਾਂ ਉਹ ਕਿਹੜੀ ਕਮੇਟੀ ਸੀ। JVP ਕਮੇਟੀ ਆਪਾਂ ਕਿਹੜੀ ਕਮੇਟੀ ਨੂੰ ਕਹਿੰਦੇ ਆ, ਜਵਾਹਰ ਲਾਲ ਨਹਿਰੂ, ਵੱਲਭ ਭਾਈ ਪਟੇਲ ਅਤੇ ਪਿਤਾਬੀ ਸੀਤਾਰਮਈਆ। ਠੀਕ ਹੈ ਜੀ, ਤਾਂ ਇਹ ਸੀਗੀ JVP ਕਮੇਟੀ। ਇੱਕ ਆਪਣਾ ਧਾਰ ਕਮਿਸ਼ਨ ਜਿਹੜਾ ਸਭ ਤੋਂ ਪਹਿਲਾਂ ਆਇਆ ਸੀ। ਠੀਕ ਹੈ ਜੀ, ਤਾਂ ਇਹ ਦੋਨੋਂ ਕਮੇਟੀਆਂ ਨੇ ਰਿਜੈਕਟ ਕਰਤਾ ਸੀ ਇਹ ਡਿਮਾਂਡ ਨੂੰ। ਤਾਂ ਇਹਦਾ ਜਿਹੜਾ ਆਨਸਰ ਆਊ ਆਨਸਰ ਨੰਬਰ 3 ਆਊ, ਫਜ਼ਲ ਅਲੀ ਜਿਹੜੀ ਕਮੇਟੀ ਸੀ ਇਹਨੇ ਐਕਸੈਪਟ ਕੀਤਾ ਸੀ। ਠੀਕ ਹੈ ਜੀ, 1953 ਦੇ ਵਿੱਚ। ਠੀਕ ਹੈ ਜੀ, ਤਾਂ ਆਨਸਰ ਨੰਬਰ 3 ਆਊਗਾ, ਫਜ਼ਲ ਅਲੀ ਕਮੇਟੀ। ਅਗਲਾ ਜਿਹੜਾ ਆਪਣਾ ਕੁਐਸਚਨ ਹੈ, ਆਗਾ ਖਾਨ ਕੱਪ ਇਜ਼ ਐਸੋਸੀਏਟਡ ਵਿਦ ਵਿਚ ਸਪੋਰਟ। ਤਾਂ ਜਿਹੜਾ ਆਗਾ ਖਾਨ ਕੱਪ ਹੈ ਉਹ ਕਿਹੜੀ ਖੇਡ ਦੇ ਨਾਲ ਸੰਬੰਧਿਤ ਹੈ। ਇਹ ਕੱਪ ਆਪਾਂ ਨਾਲ ਦੀ ਨਾਲ ਹੋਰ ਵੀ ਆਪਾਂ ਇਹਦੇ ਵਿੱਚ ਲੈ ਕੇ ਆਵਾਂਗੇ। ਠੀਕ ਹੈ ਜੀ, ਤੁਹਾਡੀਆਂ ਖੇਡਾਂ ਦੇ ਨਾਲ ਸੰਬੰਧਿਤ ਜਿੱਥੋਂ ਵੀ ਤੁਹਾਨੂੰ ਕੁਐਸਚਨ ਪੁੱਟ ਹੁੰਦਾ ਹੈ ਆਪਾਂ ਹਰ ਇੱਕ ਪੁਆਇੰਟ ਤੁਹਾਡਾ ਕਵਰ ਕਰਾਂਗੇ। ਤਾਂ ਇੱਕ ਵੀ ਕਲਾਸ ਆਪਣੀ ਮਿਸ ਨਾ ਕਰਿਓ, ਪ੍ਰੀਵੀਅਸ ਕਲਾਸਿਸ ਵੀ ਸਾਰੀਆਂ ਤੁਸੀਂ ਕੰਟੀਨਿਊਸਲੀ ਲਗਾ ਕੇ ਆਓ। ਠੀਕ ਹੈ ਜੀ, ਤਾਂ ਆਗਾ ਖਾਨ ਕੱਪ ਹੈ ਜਿਹੜਾ ਉਹ ਆਪਣਾ ਹਾਕੀ ਦੇ ਨਾਲ ਰਿਲੇਟਡ ਹੈ। ਆਨਸਰ ਨੰਬਰ 1 ਆਊਗਾ। ਠੀਕ ਹੈ ਜੀ, ਇਹ ਬਹੁਤ ਵਾਰ ਪੁੱਛਿਆ ਗਿਆ ਕੁਐਸਚਨ ਹੈ। ਅੱਜ ਦੇ ਸੈਸ਼ਨ ਦਾ ਜਿਹੜਾ ਆਪਣਾ ਲਾਸਟ ਕੁਐਸਚਨ ਹੈ ਉਹ ਹੈ, ਟੈਸਟ ਆਫ ਮਾਈ ਲਾਈਫ ਇਜ਼ ਦੀ ਆਟੋਬਾਇਓਗ੍ਰਾਫੀ ਆਫ ਹੂਮ। ਟੈਸਟ ਆਫ ਮਾਈ ਲਾਈਫ ਹੈ ਜਿਹੜੀ, ਇਹ ਕਿਹਦੀ ਆਤਮ ਕਥਾ ਹੈ। ਠੀਕ ਹੈ ਜੀ, ਮਿਲਖਾ ਸਿੰਘ, ਯੁਵਰਾਜ ਸਿੰਘ, ਮੇਜਰ ਧਿਆਨ ਚੰਦ ਜਾਂ ਸਚਿਨ ਤੈਂਦੁਲਕਰ। ਤਾਂ ਜਿਹੜੀ ਮਿਲਖਾ ਸਿੰਘ ਦੀ ਆਟੋਬਾਇਓਗ੍ਰਾਫੀ ਹੈ ਉਹਦਾ ਨਾਮ ਹੈ ਰੇਸ ਆਫ ਮਾਈ ਲਾਈਫ, ਇਹ ਯਾਦ ਰੱਖਿਓ। ਠੀਕ ਹੈ ਜੀ, ਤਾਂ ਰੇਸ ਆਫ ਮਾਈ ਲਾਈਫ ਹੈ। ਤਾਂ ਮੇਜਰ ਧਿਆਨ ਚੰਦ ਦੀ ਜਿਹੜੀ ਆਟੋਬਾਇਓਗ੍ਰਾਫੀ ਹੈ ਉਹਦਾ ਨਾਮ ਹੈ ਗੋਲ। ਠੀਕ ਹੈ ਜੀ, ਅਤੇ ਜਿਹੜਾ ਆਪਣਾ ਸਚਿਨ ਤੈਂਦੁਲਕਰ ਹੈ ਇਹਦੀ ਜਿਹੜੀ ਆਟੋਬਾਇਓਗ੍ਰਾਫੀ ਹੈ ਇਹਦਾ ਨਾਮ ਹੈ ਪਲੇਇੰਗ ਇਟ ਮਾਈ ਵੇ। ਇਹ ਬਹੁਤ ਫੇਮਸ ਹੈ, ਬਹੁਤ ਵਾਰ ਪੁੱਛੀ ਗਈ ਹੈ, ਪਲੇਇੰਗ ਇਟ ਮਾਈ ਵੇ, ਇਹ ਯਾਦ ਰੱਖਿਓ। ਇਹ ਸਚਿਨ ਤੈਂਦੁਲਕਰ ਦੀ ਹੈ। ਤਾਂ ਆਪਣੇ ਕੋਲ ਬਚਿਆ ਕੌਣ ਹੈ, ਯੁਵਰਾਜ ਸਿੰਘ। ਤਾਂ ਇਹ ਜਿਹੜੀ ਆਟੋਬਾਇਓਗ੍ਰਾਫੀ ਹੈ ਉਹ ਹੈ ਯੁਵਰਾਜ ਸਿੰਘ ਦੀ, UV। ਠੀਕ ਹੈ ਜੀ, ਤਾਂ ਇਹ ਤੁਸੀਂ ਯਾਦ ਰੱਖਿਓ।
ਟੈਸਟ ਆਫ ਮਾਈ ਲਾਈਫ, ਕਿਉਂਕਿ ਇਹਨਾਂ ਨੂੰ ਆਪਾਂ ਨੂੰ ਪਤਾ ਹੀ ਹੈ ਕਿ ਟਿਊਮਰ ਹੋ ਗਿਆ ਸੀ ਅਤੇ ਉਹਦੇ ਵਿੱਚੋਂ ਇਹ ਨਿਕਲ ਕੇ ਆਪਣੀ ਲਾਈਫ ਦੇ ਵਿੱਚ ਦੁਬਾਰਾ ਵਾਪਸ ਆਏ ਨੇ, ਤਾਂ ਉਹਦੇ ਉੱਤੇ ਇਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ। ਆਨਸਰ ਨੰਬਰ 2 ਆਊਗਾ ਯੁਵਰਾਜ ਸਿੰਘ, ਬਹੁਤ ਇੰਪੋਰਟੈਂਟ ਹੈ। ਤਾਂ ਅੱਜ ਦਾ ਜਿਹੜਾ ਆਪਣਾ ਸੈਸ਼ਨ ਹੈ ਉਹਦਾ ਆਪਾਂ ਇੱਥੇ ਹੀ ਐਂਡ ਕਰਦੇ ਹਾਂ, ਕਿਉਂਕਿ ਆਪਾਂ 15 ਕੁਐਸਚਨ ਅਤੇ ਨਾਲ ਜਿੰਨੇ ਵੀ ਫੈਕਟ ਸੀ ਤੁਹਾਡੇ ਉਹ ਆਪਾਂ ਕਵਰ ਕਰ ਲਏ ਨੇ। ਠੀਕ ਹੈ ਜੀ, ਤਾਂ ਇਹ ਤੁਸੀਂ ਕਾਪੀ ਪੈਨ ਨਾਲ ਰੱਖਿਆ ਕਰੋ ਅਤੇ ਇਹਨੂੰ ਨੋਟ ਕਰਦੇ ਜਾਇਆ ਕਰੋ। ਬਹੁਤ ਇੰਪੋਰਟੈਂਟ ਕੁਐਸਚਨ ਇਹ ਤੁਹਾਡੇ ਲਈ, ਤੁਸੀਂ ਚੈੱਕ ਵੀ ਕਰ ਸਕਦੇ ਹੋ, ਪ੍ਰੀਵੀਅਸ ਪੇਪਰ ਦੇਖ ਸਕਦੇ ਹੋ ਕਿ ਇਹ ਕੁਐਸਚਨ ਕਿੰਨੇ ਵਾਰ ਤੁਹਾਨੂੰ ਪੁੱਛੇ ਗਏ। ਠੀਕ ਹੈ ਜੀ, ਅਤੇ ਅੱਗੇ ਵੀ ਤੁਹਾਨੂੰ ਪੁੱਛੇ ਜਾਣਗੇ। ਤਾਂ ਜੇਕਰ ਤੁਹਾਨੂੰ ਕਲਾਸਿਸ ਚੰਗੀਆਂ ਲੱਗਦੀਆਂ ਨੇ ਤਾਂ ਇਹਨਾਂ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ, ਅੱਗੇ ਸ਼ੇਅਰ ਕਰ ਦਿਆ ਕਰੋ ਤਾਂ ਕਿ ਕਿਸੇ ਹੋਰ ਦਾ ਵੀ ਫਾਇਦਾ ਹੋ ਸਕੇ। ਅਤੇ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਦਿਆ ਕਰੋ। ਮੈਂ ਹਰ ਕਲਾਸ ਦੇ ਵਿੱਚ ਇਹ ਕਹਿਣਾ, ਠੀਕ ਹੈ ਜੀ, ਕਮੈਂਟ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਤਾਂ ਕਿ ਸਾਨੂੰ ਪਤਾ ਲੱਗੇ ਕਿ ਤੁਹਾਨੂੰ ਕਿਵੇਂ ਲੱਗ ਰਹੀਆਂ ਨੇ ਕਲਾਸਿਸ। ਠੀਕ ਹੈ ਜੀ, ਤਾਂ ਅੱਗੇ ਵੀ ਤੁਹਾਡੇ ਲਈ ਆਪਾਂ ਵਧੀਆ ਕੰਟੈਂਟ ਆ ਜਿਹੜਾ ਉਹ ਲੈ ਕੇ ਆਵਾਂਗੇ ਤਾਂ ਕਿ ਤੁਹਾਡੀ ਤਿਆਰੀ ਦੇ ਵਿੱਚ ਕੋਈ ਕਮੀ ਨਾ ਰਹੇ। ਠੀਕ ਹੈ ਜੀ, ਤਾਂ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਹਾਂ। ਅੱਜ ਦੀ ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ।